ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡਾ ਫੇਰ ਸਵਾਗਤ ਹੈ ਐਂਗੂਲਰ ਟਿਊਟੋਰੀਅਲਸ ਇਨ ਪੰਜਾਬੀ। ਅੱਜ ਆਪਾਂ ਇਵੈਂਟਸ ਤੇ ਫੋਕਸ ਕਰਾਂਗੇ। ਅੱਜ ਆਪਣਾ 5th ਲੈਕਚਰ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਮੇਰੇ ਪੁਰਾਣੀ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ। ਜੇ ਨਹੀਂ ਦੇਖੀਆਂ ਤਾਂ ਪਲੀਜ਼ ਉਹ ਜ਼ਰੂਰ ਦੇਖ ਲੈਣ, ਕਿਉਂਕਿ ਆਪਾਂ ਉਹਨਾਂ ਨੂੰ ਹੀ ਕੰਟੀਨਿਊ ਕਰ ਰਹੇ ਨੇ ਅੱਗੇ। ਸੋ ਤੁਹਾਨੂੰ ਜੇ ਕੋਈ ਪ੍ਰੋਬਲਮ ਆਉਂਦੀ, ਕੋਈ ਮੁਸ਼ਕਿਲ ਆਉਂਦੀ ਹੈ ਇੰਸਟਾਲੇਸ਼ਨ ਦੇ ਵਿੱਚ ਜਾਂ ਕਿਸੇ ਸਟੈਪ ਦੇ ਵਿੱਚ, ਪਲੀਜ਼ ਉਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਤੁਹਾਡੇ ਡਾਊਟਸ ਕਲੀਅਰ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਅਸੀਂ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਈਵੈਂਟਸ 'ਤੇ। ਈਵੈਂਟਸ ਕੀ ਹੁੰਦੇ ਨੇ? ਹਰੇਕ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਈਵੈਂਟਸ ਹੁੰਦੇ ਨੇ। ਈਵੈਂਟਸ ਹੁੰਦੇ ਨੇ ਕਿ ਆਪਣੇ ਹੀ ਯੂਜ਼ਰ ਦੇ ਕਿਸੇ ਐਕਸ਼ਨ 'ਤੇ ਕੁਛ ਫੰਕਸ਼ਨੈਲਿਟੀ ਕੋਈ ਚੇਂਜ ਹੋਵੇ, ਕੋਈ ਕੋਡ ਰਨ ਹੋਵੇ, ਕੁਛ ਵੀ ਹੋਵੇ ਆਪਣਾ ਬਰਾਊਜ਼ਰ ਦੇ ਵਿੱਚ ਥਰੂ, ਉਹਨੂੰ ਆਪਾਂ ਈਵੈਂਟਸ ਕਹਿੰਦੇ ਨੇ। ਈਵੈਂਟਸ ਡਿਫਰੈਂਟ ਟਾਈਪਸ ਦੇ ਬਹੁਤ ਈਵੈਂਟਸ ਨੇ, ਮਲਟੀਪਲ ਈਵੈਂਟਸ ਹੁੰਦੇ ਨੇ ਵੱਖ-ਵੱਖ ਤਰ੍ਹਾਂ ਦੇ। ਜਿਵੇਂ ਕਿ ਸਭ ਤੋਂ ਪਹਿਲਾ ਈਵੈਂਟਸ ਹੁੰਦਾ ਕਲਿੱਕ। ਆਪਾਂ ਕਿਸੇ ਵੀ ਬਰਾਊਜ਼ਰ 'ਤੇ ਆਪਾਂ ਕਿਸੇ ਵੈਬਸਾਈਟ 'ਤੇ ਜਾਂ ਮੋਬਾਈਲ ਐਪ ਚਲਾਈਏ, ਕੁਛ ਆਪਾਂ ਬਟਨ 'ਤੇ ਕਲਿੱਕ ਕਰਦੇ ਹਾਂ, ਕਿਤੇ ਕੋਈ ਫਾਰਮ ਸਬਮਿਟ ਹੁੰਦਾ ਹੈ ਜਾਂ ਕੁਛ ਚੇਂਜ ਹੁੰਦਾ ਹੈ, ਜਾਂ ਆਪਾਂ ਕਿਸੇ ਨੈਕਸਟ ਸਕਰੀਨ 'ਤੇ ਆ ਜਾਂਦੇ ਹਾਂ, ਉਹ ਸਾਰੇ ਈਵੈਂਟਸ ਹੁੰਦੇ ਨੇ। ਜਿਵੇਂ ਮਾਊਸ ਕਲਿੱਕ, ਡਬਲ ਕਲਿੱਕ, ਐਂਟਰ ਪ੍ਰੈਸ ਕਰਦੇ ਨੇ ਆਪਾਂ, ਮਾਊਸ ਹੋਵਰ, ਇਹ ਸਾਰੇ ਈਵੈਂਟਸ ਹੁੰਦੇ ਨੇ। ਅੱਜ ਆਪਾਂ ਈਵੈਂਟਸ 'ਤੇ ਹੀ ਜ਼ਿਆਦਾ ਫੋਕਸ ਕਰਾਂਗੇ। ਤੁਹਾਨੂੰ ਅੱਜ ਸਮਝਾਵਾਂਗਾ ਮੈਂ ਕਿ ਈਵੈਂਟਸ ਕਿਵੇਂ ਹੁੰਦੇ ਨੇ ਅਤੇ ਐਂਗੂਲਰ ਦੇ ਵਿੱਚ ਕਿਵੇਂ ਯੂਜ਼ ਕੀਤੇ ਜਾਂਦੇ ਨੇ। ਜਸਟ ਲਾਈਕ ਅਤੇ ਤੁਸੀਂ ਜੇ ਚੈਨਲ ਤੁਸੀਂ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਸਾਨੂੰ ਹੋਰ ਉਤਸ਼ਾਹ ਮਿਲਦਾ ਅਤੇ ਅਸੀਂ ਹੋਰ ਵਧੀਆ ਅੱਗੇ ਤੋਂ ਹੋਰ ਜ਼ਿਆਦਾ ਟਿਊਟੋਰੀਅਲਸ ਲੈ ਕੇ ਆਵਾਂਗੇ, ਕਿਉਂਕਿ ਜਿਵੇਂ ਹੀ ਸਾਨੂੰ YouTube 'ਤੇ ਕਮੈਂਟਸ ਆ ਰਹੇ ਨੇ ਕਿ ਸਰ ਟਿਊਟੋਰੀਅਲਸ ਡਿਫਰੈਂਟ ਲੈਂਗੁਏਜਿਸ 'ਚ, ਇਹਨਾਂ 'ਚ ਵੀ ਲੈ ਕੇ ਆਓ, ਅਸੀਂ ਉਹਨਾਂ ਲੈਂਗੁਏਜ 'ਚ ਵੀ ਲਿਆਉਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਹ ਸਾਰਾ ਕੁਛ ਤੁਹਾਡੇ ਸਪੋਰਟ 'ਤੇ ਹੀ ਡਿਪੈਂਡ ਕਰਦਾ ਹੈ। ਇਹ ਆਪਾਂ ਲਾਸਟ 'ਚ ਬਣਾਇਆ ਸੀਗਾ ਇੱਕ ਆਪਾਂ ਲੌਗਇਨ ਕੰਪੋਨੈਂਟਸ ਮੋਡਿਊਲ ਦੀ ਜਿਹੜੀ ਲਾਸਟ ਵੀਡੀਓ ਸੀ ਉਹਦੇ 'ਚ ਸੀਗੀ। ਆਪਾਂ ਫਿਲਹਾਲ ਇਹਨੂੰ ਕਮੈਂਟ ਕਰ ਦਿੰਦੇ ਹਾਂ। HTML ਜੋ ਕੰਪੋਨੈਂਟ ਹੈ ਉਹ ਵੀ HTML ਉਹ ਵੀ ਸੇਮ ਕੰਪੋਨੈਂਟ ਦਾ ਹੋਣਾ ਚਾਹੀਦਾ। ਐਪ ਕੰਪੋਨੈਂਟ ਦਾ ਹੀ ਆਪਾਂ HTML ਯੂਜ਼ ਕਰਨਾ ਅਤੇ ਐਪ ਦਾ ਹੀ ਆਪਾਂ ਮੋਡਿਊਲ ਸੇਮ ਹੋਣਾ ਚਾਹੀਦਾ, ਅਦਰਵਾਈਜ਼ ਕਾਫੀ ਮੁਸ਼ਕਿਲ ਆਊਗੀ। ਡਿਫਰੈਂਟ 'ਚ ਕਿਵੇਂ ਕਰਦੇ ਨੇ ਉਹ ਤੁਹਾਨੂੰ ਬਾਅਦ 'ਚ ਸਿਖਾਵਾਂਗੇ। ਅੱਜ ਆਪਾਂ ਸੇਮ ਤੇ ਕਰਾਂਗੇ। ਇਹ ਆਪਾਂ ਪਹਿਲਾਂ ਯੂਜ਼ ਕੀਤਾ ਹੋਣਾ ਕਿਸੇ ਪ੍ਰੋਗਰਾਮ, ਤੁਹਾਨੂੰ ਮੈਂ ਸਿਖਾਇਆ ਵੀ ਸੀ ਕਿ ਫੰਕਸ਼ਨ ਕਿਵੇਂ ਬਣਦਾ ਉਰੇ। ਆਪਾਂ ਸਿੰਪਲੀ ਇੱਥੇ ਨੇਮ ਦੇ ਦਿੰਦੇ ਹਾਂ। ਆਪਾਂ ਇੱਥੇ ਕਰਦੇ ਹਾਂ ਦਿਸ ਡੋਟ ਨੇਮ ਇਕੁਅਲ ਟੂ ਇੱਕ ਇੰਜੀਨੀਅਰ ਆਪਣੇ ਚੈਨਲ ਦਾ ਨੇਮ ਹੈ। ਇੱਥੇ ਤੁਹਾਨੂੰ ਆਪਾਂ ਲਿਖਾ ਦਿੰਦੇ ਹਾਂ ਕੰਸੋਲ ਡੋਟ। ਆਪਾਂ ਨੂੰ ਸਭ ਤੋਂ ਪਹਿਲਾਂ ਰਨ ਕਰਨਾ ਪੈਣਾ ਹੈ। ਰਨ ਕਿੱਥੋਂ ਕਰਾਂਗੇ ਆਪਾਂ? ਜਿੱਥੇ ਆਪਣਾ ਪ੍ਰੋਜੈਕਟ ਪਏ, ਪ੍ਰੋਜੈਕਟਸ ਐਂਗੂਲਰ ਡੈਮੋ, ਇੱਥੋਂ ਆਪਾਂ ਪ੍ਰੈਸ ਕਰਨਾ CMD, ਰਾਈਟ। ਸਭ ਤੋਂ ਪਹਿਲਾਂ ਕਰਾਂਗੇ ਆਪਾਂ ng ਬਿਲਡ, ng ਬਿਲਡ ਤੋਂ ਬਾਅਦ ਆਪਾਂ ਕਰਦੇ ਹੁੰਦੇ ਨੇ ng ਸਰਵ। ਹਾਂਜੀ, ਇਹ ਕੰਪਲੀਟ ਹੋ ਗਿਆ। ਹੁਣ ਆਪਾਂ ਚੈੱਕ ਕਰ ਸਕਦੇ ਹਾਂ ਲੋਕਲ ਹੋਸਟ 'ਤੇ।
लोकल होस्ट 42। ये है अपना ऐप कंपोनेंट। इत्थे अपना नेम नहीं शो होया। अपना फंक्शन भी कॉल करना पैना। ਹੁਣ ਦੇਖੋ ਆਪਾਂ ਆਪਣਾ ਫੰਕਸ਼ਨ ਕਾਲ ਕੀਤਾ ਤੇ ਫੰਕਸ਼ਨ ਦੇ ਵਿੱਚ ਨੇਮ ਸੀ, ਇਹ ਨੇਮ ਆ ਗਿਆ ਇੱਥੇ, ਰਾਈਟ। ਇਹ ਤਾਂ ਤੁਹਾਨੂੰ ਮੈਂ ਇੱਕ ਵੈਸੇ ਤਰੀਕਾ ਦੱਸਿਆ ਸੀ ਫੰਕਸ਼ਨ ਕਾਲ ਕਰਨ ਦਾ, ਕਿ ਆਪਾਂ ਇਹਨਾਂ ਬ੍ਰੈਕਟਸ ਦੇ ਵਿੱਚ ਵੀ ਫੰਕਸ਼ਨ ਕਾਲ ਕਰ ਸਕਦੇ ਹਾਂ। ਇੰਟਰਪੋਲੇਸ਼ਨ ਕਹਿੰਦੇ ਨੇ ਇਹਨਾਂ ਨੂੰ। ਬਟ ਵੈਸੇ ਆਪਾਂ ਫੰਕਸ਼ਨ ਕਿਵੇਂ ਕਾਲ ਕਰਦੇ ਨੇ, ਬਟਨ ਦੇ ਥਰੂ। ਬਟਨ ਦੇ ਉੱਤੇ ਕਲਿੱਕ ਕਿਵੇਂ ਹੁੰਦਾ, ਇੱਦਾਂ। ਇਹ ਕਲਿੱਕ ਇਵੈਂਟ ਬਣ ਚੁੱਕਿਆ, ਰਾਈਟ। ਕੈਟ ਨੇਮ ਉੱਤੇ ਵਾਲਾ ਫੰਕਸ਼ਨ ਆਪਣਾ ਹੈ। ਇਹਦਾ ਨਾਮ ਰੱਖਦੇ ਆਪਾਂ ਰਨ ਫੰਕਸ਼ਨ। अपना फंक्शन बन गया। इसे क्लिक करके टेस्ट इंजीनियर। हुण जो पेज लोड होंदा उदों कुछ नहीं होंदा, वो चलता है बटन के क्लिक ते, राइट। हुण आपां यही कित्ते दित्ता वी ने इत्थे, बट जे आपां सोचते हैं कि बटन के क्लिक ते आपां डायनेमिक ही बनाना, इत्थे नहीं देना, इत्थे आपां फिर की देवांगे, जिवें आपां होर लैंग्वेज च पैरामीटर्स के थ्रू चलते हैं, पैरामीटर्स के थ्रू चलेंगे। इत्थे आपां देखेंगे, आपां करते हैं चैनल नेम। चैनल नेम की है, ये सानू कह रहे कि डिक्लेयर करो कि ये किस टाइप का होगा। आपां किवें करना, स्ट्रिंग। इसका एक और बेनीफिट है कि आपां बाई चांस कई बार कन्फ्यूज हो जाने कि एरर कित्थे है, आपां इंटीजर या होर कोई डिफरेंट वैल्यू पास कर देंगे तो ये कन्फ्यूजन नहीं होगी, क्योंकि ये कंपाइल टाइम पे ही एरर दे दूगा। नहीं, अपन इसकी कोई जरूरत नहीं है। दिस नेम की जगह तो कर देंगे एक्चुअली कैपिटल तो स्मॉल का भी इशू है, इतना ध्यान रखना पैना, राइट। इत्थे अपन नूं पास करना पैना। हम इत्थे मैं पास करता राइट। आ गया टेक इंजीनियर। हुण आपां इह टेक इंजीनियर इत्थों पैरामीटर पास कर रहे हैं फंक्शन च, ना कि कंपोनेंट जो आपां किते हार्ड कोडेड दे रखे, राइट। तो एक कंसोल ते भी आंदा, आपां चेक कर सकते हैं।
ਕੰਸੋਲ ਤੋਂ ਰਾਈਟ। ਇਹ ਟੈਕ ਇੰਜੀਨੀਅਰ ਇੱਥੋਂ ਵੀ ਆ ਗਿਆ। ਇਹ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ। ਇਹ ਡਿਵੈਲਪਮੈਂਟ ਮੋਡ 'ਚ ਕਰ ਰਹੇ ਹਾਂ ਆਪਾਂ, ਪ੍ਰੋਡ 'ਚ ਕਿਵੇਂ ਹੋ ਸਕਦੀ ਹੈ ਰਾਈਟ। ਇਹ ਆਪਾਂ ਚੈੱਕ ਕਰ ਸਕਦੇ ਹਾਂ ਕਿ ਇਹਦਾ ਰੂਟ ਸਟਰਕਚਰ ਕੀ ਹੈ। ਐਪ ਰੂਟ ਦੇ ਅੰਦਰ ਇੱਕ ਹੀ ਪ੍ਰੋਪਰਟੀ ਹੈ ਨੇਮ ਰਾਈਟ। ਇਹ ਐਂਗੂਲਰ ਤੁਸੀਂ ਆਈ ਹੋਪ ਤੁਸੀਂ ਐਡ ਔਨ ਕਰ ਲਿਆ ਸੀਗਾ, ਮੈਂ ਤੁਹਾਨੂੰ ਕੁਛ ਵੀਡੀਓਜ਼ ਪਹਿਲਾਂ ਦੱਸਿਆ ਸੀ ਰਾਈਟ। ਤੇ ਹੁਣ ਆਪਾਂ ਕਰਦੇ ਹਾਂ ਤੇ ਹੁਣ ਆਪਾਂ ਕੰਟੀਨਿਊ ਕਰ ਰਹੇ ਨੇ ਨੈਕਸਟ ਤੋਂ ਬਟਨ। ਨਾਮ ਦਿੱਤੇ ਆਪਾਂ ਭਾਈ, ਇੱਥੇ 2 ਤੁਸੀਂ ਦੇਖ ਰਹੇ ਹੋ ਕਿ ਮੈਂ ਕੁਛ ਵੀ ਰਿਫਰੈਸ਼ ਨਹੀਂ ਕਰ ਰਿਹਾ, ਆਟੋਮੈਟਿਕਲੀ ਇਹ ਨਾਲ ਦੀ ਨਾਲ ਹੀ ਬਰਾਊਜ਼ਰ ਤੇ ਰਿਫਰੈਸ਼ ਹੋਈ ਜਾ ਰਿਹਾ ਜੋ ਵੀ ਮੈਂ ਕੋਡ ਕਰ ਰਿਹਾ। ਇਹ ਇੱਕ ਖਾਸੀਅਤ ਐਂਗੂਲਰ ਦੀ। ਜਿਵੇਂ ਸਬਸਕ੍ਰਾਈਬ ਬਟਨ ਹੈ, ਇਸ ਤੇ ਕਲਿੱਕ ਕੀਤਾ ਤੇ ਨੇਮ ਕੀ ਹੋ ਗਿਆ, ਸਬਸਕ੍ਰਾਈਬ ਮਾਈ ਚੈਨਲ। ਬਟ ਇਹਦੇ ਲਈ ਮੈਂ ਇਹ ਜੋ ਵੀ ਕੀਤਾ ਮੈਂ ਸਾਰਾ ਕੁਛ ਇੱਥੇ HTML 'ਚ ਹੀ ਕੀਤਾ ਹੈ। ਬੈਕ ਐਂਡ ਤੇ ਮੈਂ ਕੋਈ ਵੀ ਫੰਕਸ਼ਨ ਨਹੀਂ ਰਨ ਕੀਤਾ, ਕੋਈ ਕੋਡ ਬੈਕ ਐਂਡ ਤੋਂ ਨਹੀਂ ਆ ਰਿਹਾ, ਕੰਪੋਨੈਂਟਸ 'ਚ ਕੁਛ ਨਹੀਂ ਲਿਖਿਆ ਇਸ ਦੇ ਰਿਲੇਟਿਡ। ਇਹ ਸਾਰਾ ਕੁਛ ਬਟਨ ਦੇ ਕਲਿੱਕ ਤੇ ਹੀ ਹੈ। ਤੇ ਤੁਸੀਂ ਨੀਚੇ ਵੀ ਦੇਖ ਸਕਦੇ ਹੋ ਕੰਸੋਲ ਦੇ ਵਿੱਚ ਆਪਣਾ ਫੰਕਸ਼ਨ ਰਨ ਨਹੀਂ ਹੋਇਆ। ਅਗਰ ਫੰਕਸ਼ਨ ਰਨ ਹੁੰਦਾ ਤੇ console.log ਲਿਖਿਆ ਚੱਲਦਾ ਆਪਣਾ, ਇਹ ਨਹੀਂ ਚੱਲਿਆ। ਜੋ ਵੀ ਹੈ ਬਰਾਊਜ਼ਰ ਤੇ ਹੀ ਹੈ। ਜਦੋਂ ਆਪਾਂ ਰਨ ਤੇ ਕਲਿੱਕ ਕਰਦੇ ਹਾਂ ਉਦੋਂ ਦੇਖੋ ਇੱਥੇ ਵੀ ਟੈਕ ਇੰਜੀਨੀਅਰ ਆਇਆ ਇੱਥੇ ਵੀ, ਕਿਉਂਕਿ ਇਸ ਤੇ ਆਪਾਂ ਫੰਕਸ਼ਨ ਰਨ ਕੀਤਾ ਹੈ, ਫੰਕਸ਼ਨ ਕਾਲ ਹੋਇਆ ਆਪਣਾ ਇਹ ਵਾਲਾ ਗੈਟ ਨੇਮ। ਬਟ ਇਸ ਬਟਨ ਤੇ ਸਬਸਕ੍ਰਾਈਬ ਬਟਨ ਤੇ ਮੈਂ ਕੋਈ ਵੀ ਫੰਕਸ਼ਨ ਨਹੀਂ ਕਾਲ ਕੀਤਾ, ਤੁਸੀਂ ਚੈੱਕ ਕਰ ਸਕਦੇ ਹੋ। ਇਸ ਲਈ ਇਹ ਜੋ ਵੀ ਹੈ ਇਹ HTML ਫਾਈਲ ਦੇ ਵਿੱਚ ਹੀ, ਇਸ ਦਾ ਕੰਪੋਨੈਂਟਸ ਤੇ ਕੁਝ ਵੀ ਨਹੀਂ ਹੈਗਾ। ਸੋ ਇਹ ਤੁਹਾਨੂੰ ਦਿਖਾਇਆ ਕਿ ਇੱਦਾਂ ਕਲਿੱਕ ਫੰਕਸ਼ਨ ਬਾਈਂਡ ਹੋ ਜਾਂਦੇ ਨੇ ਐਂਗੂਲਰ ਦੇ ਵਿੱਚ ਰਾਈਟ। ਇਹ ਹੁੰਦੇ ਨੇ ਇਵੈਂਟਸ, ਇਹ ਕਲਿੱਕ ਇਵੈਂਟ ਹੈ। ਹੁਣ ਜੇ ਤੁਸੀਂ ਮਲਟੀਪਲ ਇਵੈਂਟਸ ਹੁੰਦੇ ਨੇ ਆਪਾਂ ਚੈੱਕ ਕਰ ਸਕਦੇ ਨੇ। ਤੁਸੀਂ ਇਹ ਧਿਆਨ ਨਾਲ ਦੇਖਿਓ, ਇਸ ਵੀਡੀਓ ਨੂੰ ਪ੍ਰੈਕਟਿਸ ਕਰਿਓ, ਕਿਉਂਕਿ ਇਸ ਦੇ ਵਿੱਚ ਹੀ ਜ਼ਿਆਦਾਤਰ ਇੰਟਰਵਿਊ ਦੇ ਕੁਐਸਚਨ ਹੁੰਦੇ ਨੇ। ਕੋਈ ਵੀ ਐਂਗੂਲਰ ਦੀ ਐਪ ਹੈ, ਇਹ ਉਹਦਾ ਬੇਸ ਹੈ। ਆਪਾਂ ਇੱਦਾਂ ID ਦੇ ਸਕਦੇ ਹੋ, ਕੀ ID ਦੇਈਏ ਇਸ ਦੀ ਬਾਕਸ, ਜਾਂ ਇਸ ਦੀ ਆਪਾਂ ID ਦੇ ਸਕਦੇ ਹਾਂ ਯੂਜ਼ਰ ਨੇਮ। ਇਹ ਤੁਹਾਡੇ ਸਾਹਮਣੇ ਹੈ ਟੈਕਸਟ ਬਾਕਸ ਜਿਸ ਦਾ ਪਲੇਸ ਹੋਲਡਰ ਜਿਸ ਤੇ ਲਿਖਿਆ ਹੋਇਆ ਪਲੀਜ਼ ਐਂਟਰ ਯੋਰ ਨੇਮ ਰਾਈਟ। ਹੁਣ ਇਹਦੇ 'ਚ ਆਪਾਂ ਕੁਛ ਵੀ ਲਿਖ ਸਕਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਇਵੈਂਟਸ ਕਰਨੇ ਅੱਜ ਆਪਾਂ ਕਰ ਰਹੇ ਨੇ, ਤੇ ਆਪਾਂ ਕਿਹੜਾ ਇਵੈਂਟ ਕਰਦੇ ਨੇ ਕੀ ਪ੍ਰੈਸ ਰਾਈਟ। ਕੀ ਪ੍ਰੈਸ ਦੇ ਆਪਾਂ ਵਿੱਚ ਕੀ ਦਿੰਦੇ ਨੇ
ਉਹੀ ਸੇਮ ਫੰਕਸ਼ਨ ਕੀ ਪ੍ਰੈਸ ਤੇ ਵੀ ਕਾਲ ਕਰ ਸਕਦੇ ਹਾਂ get ਨੇ। ਜੀ ਫੰਕਸ਼ਨ ਹੈ ਆਪਾਂ ਕਰਦੇ ਹਾਂ ਇਹ ਫੰਕਸ਼ਨ ਮੈਂ ਹੁਣ ਕੀ ਪ੍ਰੈਸ ਤੇ ਕਾਲ ਕੀਤਾ ਹੈ। ਕੀ ਪ੍ਰੈਸ ਇੱਕ ਇਵੈਂਟ ਹੈ, ਜਦੋਂ ਹੀ ਬਟਨ ਪ੍ਰੈਸ ਹੁੰਦਾ ਉਦੋਂ ਹੀ ਇਵੈਂਟ ਕਾਲ ਹੁੰਦਾ ਹੈ ਤੇ ਜੋ ਵੀ ਇੱਥੇ ਲਿਖਦੇ ਆ ਇੱਥੇ ਬਾਈਂਡ ਹੋ ਜਾਂਦੇ ਨੇ। ਦੈਟਸ ਵਾਈ ਇਹਨੂੰ ਟੂ ਵੇ ਬਾਈਂਡਿੰਗ ਵੀ ਕਿਹਾ ਜਾਂਦਾ। ਇਸ ਦੇ ਨਾਲ ਹੀ ਤੁਸੀਂ ਕੰਸੋਲ ਦੇ ਵਿੱਚ ਵੀ ਚੈੱਕ ਕਰ ਸਕਦੇ ਹੋ, ਜੋ ਵੀ ਮੈਂ ਲਿਖ ਰਿਹਾ ਕੰਸੋਲ 'ਚ ਵੀ ਆ ਰਿਹਾ। ਜਿਵੇਂ ਕਿ ਮੈਂ ਲਿਖਾਂ ਹੈਰੀ ਪੋਟਰ, ਜਿਵੇਂ ਮੈਂ ਲਿਖਦਾ ਜਾ ਰਿਹਾ ਇਹ ਕੰਸੋਲ ਦੇ ਵਿੱਚ ਹਰ ਵਰਡ ਦਿਖਦਾ ਜਾ ਰਿਹਾ ਹੈ ਕੀ ਪ੍ਰੈਸ ਤੇ ਹੈ। ਰਾਈਟ, ਇੱਥੇ ਵੀ ਆ ਗਿਆ ਪਰ ਇੱਕ ਵਰਡ ਬਾਅਦ ਚ ਆਉਂਦਾ। ਰਾਈਟ, ਇਹ ਕੀ ਪ੍ਰੈਸ ਤੇ ਇੱਦਾਂ ਚੱਲਦਾ। ਬਟ ਜੇ ਮੈਂ ਚਾਹੁੰਦਾ ਕਿ ਜਿੱਥੋਂ ਸਮਟਾਈਮਸ ਆਪਾਂ ਨੂੰ ਹੁੰਦਾ ਕਿ ਆਪਣੀ ਐਪ ਦੇ ਵਿੱਚ ਜੋ ਵੀ ਆਪਾਂ ਲਿਖੀਏ ਨਾਲ ਦੀ ਨਾਲ ਹੀ ਯੂਜ਼ਰ ਦੇ ਉਹ ਪ੍ਰਿੰਟ ਹੁੰਦਾ ਜਾਵੇ। ਆਪਾਂ ਜਦੋਂ ਹਰ ਕੀ ਪ੍ਰੈਸ ਤੇ ਆਪਾਂ ਨੂੰ ਫੰਕਸ਼ਨੈਲਿਟੀ ਕਰਨੀ ਹੁੰਦੀ। ਬਟ ਸਮਟਾਈਮਸ ਆਪਾਂ ਨੂੰ ਹੁੰਦਾ ਕਿ ਜਦੋਂ ਹੀ ਕੋਈ ਸਪੈਸੀਫਿਕ ਬਟਨ ਪ੍ਰੈਸ ਕਰੇ, ਮੋਸਟਲੀ ਐਂਟਰ ਤੇ ਹੁੰਦਾ, ਜਦੋਂ ਯੂਜ਼ਰ ਐਂਟਰ ਕਰੇ ਉਦੋਂ ਹੀ ਪ੍ਰਿੰਟ ਹੋਵੇ। ਆਪਾਂ ਹੁਣ ਕਰਦੇ ਹਾਂ ਇੰਜੀਨੀਅਰ। ਹੁਣ ਮੈਂ ਕੁਝ ਵੀ ਟਾਈਪ ਕਰ ਰਿਹਾ ਪਰ ਨਾਲ ਦੇ ਨਾਲ ਨਹੀਂ ਹੋ ਰਿਹਾ, ਜਦੋਂ ਮੈਂ ਐਂਟਰ ਪ੍ਰੈਸ ਕੀਤਾ ਉਹ ਉਦੋਂ ਹੀ ਹੋਊਗਾ। ਨਹੀਂ ਹੋ ਰਿਹਾ। नहीं हुआ, मे बी दोबारे कंपाइल करके देख लेने एक बार। की डाउन पे भी कर सकते ਆਪਾਂ। हम अपना एंटर चेक कर सकते हैं। ਹੁਣ ਜਦੋਂ ਵੀ ਆਪਾਂ ਨਾਲ ਦੇ ਨਾਲ ਟਾਈਪ ਕਰਦੇ ਹਾਂ ਉਦੋਂ ਨਹੀਂ ਆਉਂਦਾ। ਇਹ ਉਦੋਂ ਹੁੰਦਾ ਹੈ ਜਦੋਂ ਆਪਾਂ ਐਂਟਰ ਕਰਦੇ ਨੇ। ਦੇਖੋ
ਦੇਖੋ ਐਂਟਰ ਤੇ ਚੇਂਜ ਹੋਇਆ ਇੱਥੇ ਵੀ ਤੇ ਇੱਥੇ ਵੀ। ਮਾਨ ਜਦੋਂ ਮੈਂ ਟਾਈਪ ਕੀਤਾ ਉਦੋਂ ਨਹੀਂ ਚੇਂਜ ਹੋਇਆ, ਜਦੋਂ ਮੈਂ ਐਂਟਰ ਪ੍ਰੈਸ ਕਰੂੰਗਾ ਉਦੋਂ ਹੀ ਚੇਂਜ ਹੋਊਗਾ, ਬਿਕੋਜ਼ ਆਪਾਂ ਹੁਣ ਲਾਤੇ ਕੀ ਡਾਊਨ ਡਾਟ ਐਂਟਰ। ਇਹ ਵੀ ਇੱਕ ਈਵੈਂਟ ਹੈ। ਇੱਦਾਂ ਮਲਟੀਪਲ ਈਵੈਂਟਸ ਨੇ ਐਂਗੂਲਰ ਦੇ ਵਿੱਚ, ਤੇ ਉਹਦੇ ਚੋਂ ਅੱਜ ਮੈਂ ਫਿਊ ਤੁਹਾਨੂੰ ਕਵਰ ਕਰਕੇ ਦਿਖਾਏ ਨੇ। ਲਾਈਕ ਕਿ ਆਪਾਂ ਬਟ ਜੇ ਮੈਂ ਚਾਹੁੰਦਾ ਕਿ ਮੈਂ ਫੰਕਸ਼ਨ ਇਹ ਕੀ ਤੇ ਬਟਨ ਕਲਿੱਕ ਤੇ ਕਾਲ ਕਰਨਾ ਹੈ ਤਾਂ ਮੈਂ ਬਟਨ ਕਲਿੱਕ ਤੇ ਵੀ ਕਰ ਸਕਦਾ ਹੈ। ਮੈਨੂੰ ਸੇਮ ਫੰਕਸ਼ਨ ਹੈ, ਆਪਾਂ ਇੱਥੇ ਵੈਲਿਊ ਸਟੈਟਿਕ ਤੇ ਰਹੀ ਸੀ, ਹੁਣ ਆਪਾਂ ਡਾਇਨਾਮਿਕ ਦੇਵਾਂਗੇ। ਆਪਾਂ ਟੈਕਸਟ ਬਾਕਸ ਦੀ ਆਈਡੀ ਲਿਖਣੀ ਹੈ ਤੇ ਉਸਦੀ ਵੈਲਿਊ। ਹੁਣ ਕਿਹੜਾ ਬਟਨ ਹੈ ਇਹ? ਰਨ ਫੰਕਸ਼ਨ ਵਾਲਾ। ਇੱਥੇ ਮੈਂ ਲਿਖਦਾ ਗੁਰਿੰਦਰ ਸਿੰਘ, ਜਿਵੇਂ ਮੈਂ ਬਟਨ ਤੇ ਕਲਿੱਕ ਕੀਤਾ ਗੁਰਿੰਦਰ ਸਿੰਘ ਆ ਗਿਆ। ਰਾਈਟ, ਇਹ ਬੈਕਐਂਡ ਤੇ ਚੱਲ ਰਿਹਾ ਤਾਂ ਹੀ ਤੁਸੀਂ ਕੰਸੋਲ ਦੇ ਵਿੱਚ ਵੀ ਦੇਖ ਸਕਦੇ ਹੋ। ਇਹ ਕੰਸੋਲ ਦੇ ਵਿੱਚ ਨਹੀਂ ਆਉਂਦਾ ਕਿਉਂਕਿ ਇਹ ਬੈਕਐਂਡ ਤੋਂ ਨਹੀਂ ਚੱਲ ਰਿਹਾ, ਇਹ ਸਿਰਫ HTML ਤੇ ਹੀ ਹੈ। ਇਸ ਦੇ ਵਿੱਚ ਜਦੋਂ ਮੈਂ ਕਲਿੱਕ ਕਰੂੰਗਾ ਉਦੋਂ ਵੀ ਫੰਕਸ਼ਨ ਚੱਲਦਾ ਹੈ ਐਂਟਰ ਐਂਟਰ, ਬਿਕੋਜ਼ ਮੈਂ ਕੀ ਡਾਊਨ ਡਾਟ ਐਂਟਰ ਵੀ ਲਗਾ ਰੱਖਿਆ ਹੈ। ਇਸ ਦੇ ਵਿੱਚ ਇਹ ਸਾਰੇ ਹੀ ਇੰਟਰਵਿਊ ਦੇ ਕੁਐਸਚਨ ਹੁੰਦੇ ਨੇ, ਤੁਸੀਂ ਇਹ ਸਾਰੇ ਹੀ ਧਿਆਨ ਨਾਲ ਜ਼ਰੂਰ ਦੇਖਿਓ ਤੇ ਇਹਨਾਂ ਦੇ ਪ੍ਰੈਕਟੀਕਲ ਕਰਕੇ ਜ਼ਰੂਰ ਦੇਖਿਓ। ਜੇ ਕੋਈ ਪ੍ਰੋਬਲਮ ਆਈ, ਕੋਈ ਕਿਸੇ ਨੂੰ ਕੋਈ ਇਸ਼ੂ ਆਇਆ ਤੇ ਪਲੀਜ਼ ਮੈਨੂੰ ਜ਼ਰੂਰ ਪੁੱਛਿਓ ਕਮੈਂਟ ਦੇ ਵਿੱਚ। ਤੇ ਬਿਕੋਜ਼ ਕਿਵੇਂ ਫੰਕਸ਼ਨ ਕ੍ਰੀਏਟ ਹੁੰਦਾ ਹੈ ਐਂਗੂਲਰ ਦੇ ਵਿੱਚ, ਕਿਵੇਂ ਯੂਜ਼ ਕੀਤਾ ਜਾਂਦਾ ਹੈ ਤੇ ਉਹਨੂੰ ਬਟਨ ਕਲਿੱਕ ਤੇ ਕਿਵੇਂ ਵੈਲਿਊ ਟੈਕਸਟ ਬਾਕਸ ਦੀ ਗੈਟ ਕਰਕੇ ਫੰਕਸ਼ਨ 'ਚ ਪਾਸ ਕਰ ਸਕਦੇ ਹਾਂ, ਕਿਵੇਂ ਵਿਦਾਊਟ ਫੰਕਸ਼ਨ ਕਾਲ ਕਰੇ ਬੈਕਐਂਡ ਤੋਂ ਕਿਸੇ ਵੇਰੀਏਬਲ ਦੀ ਪ੍ਰੋਪਰਟੀ ਦੀ ਵੈਲਿਊ ਚੇਂਜ ਕਰ ਸਕਦੇ ਹਾਂ, ਕਿਵੇਂ ਕੀ ਡਾਊਨ ਡਾਟ ਐਂਟਰ ਵਗੈਰਾ ਯੂਜ਼ ਹੁੰਦੇ। ਇਹ ਸਾਰੇ ਹੀ ਇੰਟਰਵਿਊ ਦੇ ਕੁਐਸਚਨ ਨੇ, ਤੁਸੀਂ ਇਹਨਾਂ ਦੀ ਜ਼ਰੂਰ ਪ੍ਰੈਕਟਿਸ ਕਰਿਓ। ਇਹ ਇੱਥੇ ਸਟਰਿੰਗ ਕਿਉਂ ਕੀਤਾ? ਕਿਉਂਕਿ ਆਪਾਂ ਸਿਰਫ ਸਟਰਿੰਗ ਚਾਹੁੰਦੇ। ਜੇ ਮੈਂ ਇੱਥੇ ਨੰਬਰ ਕਰਦਾ ਤਾਂ ਇਹ ਮੇਰਾ ਫੰਕਸ਼ਨ ਨਹੀਂ ਚੱਲੂਗਾ, ਔਰ ਫਿਰ ਇਹ ਸਿਰਫ ਨਿਊਮੈਰਿਕ ਵੈਲਿਊ ਹੀ ਲਊਗਾ। ਹੁਣ ਇਸ ਦਾ ਐਰਰ ਆ ਰਿਹਾ ਕਿਉਂਕਿ ਮੈਂ ਨੇਮ ਪ੍ਰੋਪਰਟੀ ਉੱਤੇ ਸਟਰਿੰਗ ਕੀਤੀ ਵੀ ਹੈ। ਜ਼ੀਰੋ ਕਰ ਦਿੱਤੀ, ਨਿਊਮੈਰਿਕ ਕਰਤਾ, ਇਸ਼ੂ ਸੋਲਵ। ਬਟ ਇੱਥੇ ਇਸ਼ੂ ਆ ਗਏ ਕਿਉਂਕਿ ਇਹ ਚਾਹੁੰਦਾ, ਇਹ ਕਹਿ ਰਿਹਾ ਕਿ ਤੁਸੀਂ ਇੱਥੇ ਸਟਰਿੰਗ ਨਹੀਂ ਪਾਸ ਕਰ ਸਕਦੇ ਹੋ ਕਿਉਂਕਿ ਇਹ ਫੰਕਸ਼ਨ ਇੰਟ ਵੈਲਿਊ ਵਾਲਾ ਹੈ, ਨੰਬਰ ਲੈ ਰਿਹਾ। ਰਾਈਟ, ਜੇ ਤੁਸੀਂ ਇੱਥੇ ਐਨੀ ਕਰ ਦੋਗੇ ਫਿਰ ਤੁਸੀਂ ਕੋਈ ਵੀ ਵੈਲਿਊ ਕਿਤੇ ਵੀ ਦੇ ਸਕਦੇ ਹੋ। ਹੁਣ ਮੈਂ ਇੱਥੇ ਨਿਊਮੈਰਿਕ ਵੈਲਿਊ ਵੀ ਭੇਜ ਸਕਦਾ ਹਾਂ। ਇਹ ਮੈਂ ਤੁਹਾਨੂੰ ਇਹਦੇ 'ਚ ਕਰਕੇ ਹੁਣ ਵੈਲਿਊ ਨਿਊਮੈਰਿਕ ਵੀ ਆ ਗਈ। ਜੇ ਮੈਂ ਸਟਰਿੰਗ ਲੈਂਦਾ ਤਾਂ ਇਹ ਨਹੀਂ ਕਰ ਸਕਦਾ ਸੀ। ਰਾਈਟ, ਇਹ ਤੁਸੀਂ ਡਿਫਰੈਂਟ ਟਾਈਪਸ ਕਿਹੜੀਆਂ ਹੁੰਦੀਆਂ ਨੇ ਤੁਹਾਨੂੰ ਹੋਰ ਡਿਟੇਲ ਦੇ ਵਿੱਚ ਆਉਣ ਵਾਲੀ ਵੀਡੀਓ 'ਚ ਜ਼ਰੂਰ ਦੱਸਾਂਗੇ, ਤੇ ਇਹਨਾਂ ਦੇ ਕਿੱਥੇ ਰੀਅਲ ਯੂਜ਼ ਹੁੰਦਾ ਤੁਹਾਨੂੰ। ਐਜ ਏ ਬੇਸਿਕ ਕਨਸੈਪਟ ਇਵੈਂਟਸ ਕੀ ਹੁੰਦੇ ਨੇ, ਕਿਵੇਂ ਦੇ ਇਵੈਂਟਸ ਹੁੰਦੇ ਨੇ, ਕਿਵੇਂ ਆਪਾਂ ਆਪਣੀ ਐਪ 'ਚ ਯੂਜ਼ ਕਰ ਸਕਦੇ ਹੋ, ਇਸ ਦੇ ਬਾਰੇ ਤੁਹਾਨੂੰ ਡਿਟੇਲ 'ਚ ਦੱਸਿਆ ਸੀਗਾ। ਤੇ ਆਈ ਹੋਪ ਤੁਸੀਂ ਸਾਰੇ ਸਮਝ ਗਏ ਹੋਣੇ। ਨਹੀਂ ਸਮਝੇ ਤੇ ਪਲੀਜ਼ ਮੈਨੂੰ ਜ਼ਰੂਰ ਪੁੱਛਿਓ ਤੇ ਪ੍ਰੈਕਟੀਕਲ ਕਰਕੇ ਦੇਖਿਓ ਤਾਂ ਹੀ ਤੁਸੀਂ ਸਿੱਖ ਪਾਓਗੇ, ਕਿਉਂਕਿ ਅਦਰਵਾਈਜ਼ ਆਪਾਂ ਵੀਡੀਓ ਦੇਖ ਕੇ ਭੁੱਲ ਜਾਂਦੇ ਹਾਂ, ਯਾਦ ਨਹੀਂ ਰਹਿੰਦਾ ਮੋਸਟਲੀ। ਤੇ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਤੇ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ। ਤੇ ਆਉਣ ਵਾਲੇ ਵੀਡੀਓਜ਼ ਦੇ ਵਿੱਚ ਤੁਹਾਨੂੰ ਹੋਰ ਟੌਪਿਕਸ ਨੇ ਜਿਹੜੇ ਉਹਦੇ ਸਾਰੇ ਸਮਝਾਵਾਂਗੇ ਤੇ ਐਟ ਦਾ ਐਂਡ ਤੁਸੀਂ ਇੱਕ ਐਂਗੂਲਰ ਦੇ ਵਧੀਆ ਡਿਵੈਲਪਰ ਬਣ ਜਾਓਗੇ। ਤੁਸੀਂ ਫ੍ਰੀਲੈਂਸਿੰਗ ਤੇ